ਚਲੋ ਐਨੀਵੇ ਤੁਹਾਡਾ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਇੰਦਰਜੀਤ ਸਿੰਘ ਬਾਲ ਜੀ ਨੂੰ ਪਲੀਜ਼ ਸੰਖੇਪ ਦੇ ਵਿੱਚ ਆਪਣਾ ਵਿਚਾਰ ਦੇਣ। ਮਿਹਰਬਾਨੀ ਜੀ। ਜਦੋਂ ਇੰਨੇ ਜ਼ਿਆਦਾ ਵਿਦਵਾਨ ਲੋਕ ਬੈਠੇ ਹੋਣ, ਕਿੰਨੀਆਂ ਤੇ ਸਿਹਤ ਸਭਾਵਾਂ ਤੁਸੀਂ ਗਿਣਾਤੀਆਂ, ਕਿੰਨੀਆਂ ਕਲਮਾਂ ਵਾਲੇ ਤੇ ਕਿਤਾਬਾਂ ਵਾਲੇ ਤੇ ਨਾਟਕਾਂ ਵਾਲੇ ਤੇ ਸ਼ਾਇਰੀ ਵਾਲੇ ਤੇ ਪੋਇਟਰੀ ਵਾਲੇ, ਤੇ ਮੈਨੂੰ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਜਿੱਦਾਂ ਦੇ ਸ਼ਬਦ, ਜਿੱਦਾਂ ਦੀ ਵੋਕੈਬਲਰੀ, ਜਿੱਦਾਂ ਦਾ ਸ਼ਬਦਾਂ ਦਾ ਜੰਜਾਲ ਤੁਸੀਂ ਮੇਰੇ ਮੂਹਰੇ ਸਿੱਟਿਆ, ਮੈਨੂੰ ਮੇਰੇ ਵਰਗੇ ਬੰਦੇ ਨੂੰ ਸਮਝ ਨਹੀਂ ਆਉਂਦੀ ਜੀ, ਮਾਫ਼ ਕਰਨਾ। ਤੇ ਜੇ ਮੈਂ ਕੋਸ਼ਿਸ਼ ਕਰਾਂ, ਜਿਵੇਂ ਡਾਕਟਰ ਸਾਹਿਬ ਨੇ ਉਦੋਂ ਕਿਹਾ ਸੀ ਕਿ ਜੋ ਬੰਦੇ ਦੇ ਅੰਦਰ ਹੋਵੇ ਉਦਾਂ ਹੀ ਬੋਲ ਲੈਣਾ ਚਾਹੀਦਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਜੇ ਮੈਂ ਆਪਣੀ ਵੀ ਹੈਸੀਅਤ ਤੋਂ ਬਾਹਰ ਜਾ ਕੇ ਕੋਈ ਔਖਾ ਜਿਹਾ ਸ਼ਬਦ ਬੋਲਾਂ ਤੇ ਤੁਸੀਂ ਤੇ ਉਹ ਬ੍ਰਹਿਮੰਡ 'ਚ ਜਾਣ ਹੀ ਨਹੀਂ ਦੇਣਾ, ਇੱਥੇ ਬੋਝ ਲੈਣਾ ਲੱਗਦਾ ਮੈਨੂੰ। ਮੈਂ ਵਧਾਈ ਦਿੰਦਾ ਆਪਣੀ ਇਸ ਬੇਟੀ ਨੂੰ। ਇਸ ਕੁੜੀ ਦੇ ਮੈਂ ਦਾਦਕਿਆਂ ਨੂੰ ਵੀ ਜਾਣਦਾ, ਇਹਦੇ ਸਹੁਰਿਆਂ ਨੂੰ ਵੀ ਜਾਣਦਾ, ਇਹਦੇ ਨਾਨਕਿਆਂ ਨੂੰ ਵੀ ਜਾਣਦਾ ਤੇ ਇਹਨੂੰ ਵੀ ਜਾਣਦਾ। ਇਹਦੇ ਨਾਨਕਿਆਂ ਦਾ ਪਿੰਡ ਮੇਰਾ ਪਿੰਡ ਹੈ, ਪੰਜਾਬ ਦੇ ਰਿਮੋਟ ਇਲਾਕੇ ਵਿੱਚ ਬਿਆਸ ਦਰਿਆ ਦੇ ਕੰਢੇ, ਜਿਸ ਨੂੰ ਬਿਆਸ ਦਰਿਆ ਨੇ 3 ਵਾਰੀ ਤੇ ਇਤਿਹਾਸ ਵਿੱਚ ਹੁਣ ਤੱਕ ਢਾਇਆ ਹੈ ਤੇ 4ਥੀ ਵਾਰੀ ਫਿਰ ਢਾਲ ਆ ਰਿਹਾ। ਅਸੀਂ ਵਸਦੇ ਹਾਂ, ਉੱਜੜਦੇ ਹਾਂ, ਵਸਦੇ ਹਾਂ। ਇਹ ਮੈਂ ਮੁਬਾਰਕ ਇਸ ਕਰਕੇ ਦੇਣਾ ਚਾਹਾਂਗਾ ਕਿ ਇਹ ਬੱਚੀ ਦੇ ਜਿਹੜੇ 3 ਪਿੰਡਾਂ ਦੀ ਮੈਂ ਗੱਲ ਕਰਦਾ ਹਾਂ, ਉਹ ਤੁਹਾਡੇ ਤੇ ਮੇਰੇ ਵਰਗੇ ਸਧਾਰਨ ਕਿਸਾਨੀ ਪਰਿਵਾਰ ਦੇ ਵਿੱਚੋਂ, ਤੇ ਉਸ ਪਰਿਵਾਰ ਦੇ ਵਿੱਚੋਂ ਇਹੋ ਜਿਹੇ ਪਰਿਵਾਰਾਂ 'ਚ ਉੱਠ ਕੇ, ਉਹੋ ਜਿਹੇ ਸਕੂਲਾਂ 'ਚ ਪੜ੍ਹ ਕੇ ਜਿੱਥੇ ਆਪਾਂ ਤੱਪੜਾਂ ਤੇ ਬੈਠ ਕੇ ਪੜ੍ਹੇ ਹਾਂ, ਜਿੱਥੇ ਆਪਾਂ ਮਾਂ ਦੇ ਚੁੱਲ੍ਹੇ ਦੇ ਮੁੱਢ ਬੈਠ ਕੇ ਮੱਕੀ ਦੀ ਰੋਟੀ ਤੇ ਸਾਗ ਲੈ ਕੇ ਖਾਧਾ ਹੈ, ਤੇ ਖੂਹ ਨੂੰ ਜਾ ਕੇ ਸਾਗ ਵੀ ਤੋੜ ਕੇ ਜਾਂਦਾ ਹੈ, ਪਸ਼ੂਆਂ ਨੂੰ ਪੱਠੇ ਵੀ ਪਾਏ ਹਨ। ਉੱਥੋਂ ਅੱਗੇ ਆ ਕੇ ਆਪਣੇ ਜੀਵਨ ਦੇ ਵਿੱਚ ਵਿਆਹ ਤੋਂ ਬਾਅਦ ਆਪਣੀ ਕਬੀਲਦਾਰੀ ਨੂੰ ਪਾਲਦਿਆਂ ਹੋਇਆਂ ਤੇ ਫਿਰ ਇਸ ਪਾਸੇ ਨੂੰ ਚੱਲਣਾ, ਆਪਣੇ ਵਲਵਲਿਆਂ ਨੂੰ ਜ਼ਾਹਰ ਕਰਨਾ ਕਲਮ ਦੇ ਰਾਹੀਂ, ਇਹ ਬੜੀ ਵੱਡੀ ਜ਼ਰੂਰਤ ਦੀ ਗੱਲ ਹੈ। ਇਸ ਜ਼ਰੂਰਤ ਦੀ ਮੈਂ ਦਾਤ ਦੇਣੀ ਚਾਹਾਂਗਾ ਇਸ ਬੱਚੀ ਨੂੰ। ਮੇਰੀ ਭੈਣ ਨੀਟਾ ਬਲਵਿੰਦਰ ਨੇ ਕਿਹਾ ਸੀ ਕਿ ਉਹ ਸਮਾਂ ਸੀ ਕਿ ਅਮਰਤਾ ਦੀ ਕਿਤਾਬ ਉਹਨੂੰ ਪੜ੍ਹ ਨਹੀਂ ਦਿੰਦੇ ਸਨ, ਸਮਾਂ ਹੁਣ ਬਦਲ ਚੁੱਕਾ ਹੈ। ਕਿ ਵਾਕਈ ਸਮਾਂ ਬਦਲ ਚੁੱਕਾ ਹੈ? ਕਿ ਔਰਤ ਲਈ ਵਾਕਈ ਸਮਾਂ ਬਦਲ ਚੁੱਕਾ ਹੈ? ਮੈਨੂੰ ਤਾਂ ਨਹੀਂ ਲੱਗਦਾ। ਮੈਨੂੰ ਤਾਂ ਲੱਗਦਾ ਕਈ ਸਦੀਆਂ ਬਾਅਦ ਵੀ ਨਹੀਂ ਬਦਲੇਗਾ। ਪਰ ਸ਼ਾਬਾਸ਼ ਉਹਨਾਂ ਔਰਤਾਂ ਦੇ ਹੈ ਜਿਹੜਾ ਉਸ ਸਮੇਂ ਦੇ ਸੰਤਾਪ ਨੂੰ ਹੰਢਾਉਂਦਿਆਂ ਹੋਇਆਂ ਵੀ ਕੁਝ ਸਮਾਜ ਦੇ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦਾ। ਮੈਂ ਕਿਤਾਬ ਪੜ੍ਹੀ ਹੈ 3 ਦਿਨ ਪਹਿਲਾਂ, ਮੈਨੂੰ ਦਿੱਤੀ ਸੀ। ਇੱਕੋ ਹੀ ਉਸ ਦੇ ਕਵਿਤਾ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ, ਉਹਦੇ ਵਿੱਚ ਹੀ ਸਭ ਕੁਝ ਹੈ। ਭੈਣ ਜੀ ਨੇ ਜਦੋਂ ਪੇਪਰ ਪੜ੍ਹਿਆ ਸੀ ਉਸ ਦੇ ਵਿੱਚ ਉਹਨਾਂ ਕਵਿਤਾ ਦਾ ਜ਼ਿਕਰ ਕੀਤਾ ਹੈ। ਇੱਕ ਮਾਂ ਆਪਣੀ ਨੌਜਵਾਨ ਹੋ ਰਹੀ ਬੱਚੀ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅੱਗੇ ਤੇਰੇ ਜੀਵਨ ਦੇ ਵਿੱਚ ਕਿੰਨੀਆਂ ਕਠਿਨਾਈਆਂ ਹਨ, ਤੇ ਸ਼ਾਇਦ ਉਹ ਕਠਿਨਾਈਆਂ ਜਿਹੜੀਆਂ ਮਾਂ ਨੇ ਆਪਣੇ ਪਿੰਡੇ ਤੇ ਹੰਢਾਈਆਂ ਸਨ, ਜਿਹੜੀਆਂ ਸਮਾਜ ਵੱਲੋਂ ਬਣੀਆਂ ਸਨ, ਤੇ ਉਸ ਨੂੰ ਤਿਆਰ ਕਰ ਰਹੀ ਹੈ ਬੱਚੀ ਨੂੰ ਕਿ ਤੈਨੂੰ ਆ ਸਾਰਾ ਕੁਝ ਭੋਗਣਾ ਪੈਣਾ ਹੈ। ਤੇ ਅੱਗੇ ਉਹ ਬੱਚੀ ਪਰਮਜੀਤ ਦੇ ਰੂਪ ਵਿੱਚ ਇਹ ਗੱਲ ਕਹਿ ਰਹੀ ਹੈ ਆਪਣੀ ਮਾਂ ਨੂੰ ਕਿ ਤੇਰਾ ਜਿਹੜਾ ਹੰਢਾਇਆ ਹੋਇਆ ਸੰਤਾਪ ਹੈ ਉਸਦਾ ਤੇ ਮੈਨੂੰ ਪਤਾ ਹੈ, ਕਿਉਂਕਿ ਮੈਂ ਦੇਖਿਆ ਹੈ, ਮੈਂ ਉਸ ਦੇ ਵਿੱਚ ਤੇਰੇ ਨਾਲ ਹੀ ਗੁਜ਼ਰੀ ਹਾਂ, ਤੇਰੀ ਪੀੜ ਦੇ ਵਿੱਚ ਹੀ। ਪਰ ਮੈਂ ਇਹ ਦਾਅਵੇ ਨਾਲ ਕਹਿਣਾ ਚਾਹਾਂਗੀ ਕਿ ਮੇਰੀ ਬੱਚੀ ਨਹੀਂ ਉਹਦੇ ਵਿੱਚ ਗੁਜ਼ਰੇਗੀ। ਇੱਕ ਜ਼ਰੂਰਤ ਦੀ ਗੱਲ ਹੈ, ਬਹੁਤ ਵੱਡਾ ਸੁਨੇਹਾ ਹੈ। ਇਹਨਾਂ ਮਾਵਾਂ ਨੇ, ਇਹਨਾਂ ਔਰਤਾਂ ਨੇ ਜਿਹੜੀਆਂ ਜ਼ਰੂਰਤ ਕਰਕੇ ਆਪਣੀ ਕਬੀਲਦਾਰੀ ਨੂੰ ਪਾਲਦੀਆਂ ਹੋਈਆਂ, ਇਹ ਦਾਅਵਾ ਕਰਦੀਆਂ ਹਨ ਤੇ ਡੰਕੇ ਦੀ ਚੋਟ ਦੇ ਨਾਲ ਕਰਦੀਆਂ ਹਨ ਕਿ ਜਿਹੜਾ ਸੰਤਾਪ ਮੇਰੀ ਮਾਂ ਨੇ ਹੰਢਾਇਆ ਹੈ ਜਾਂ ਕਿਸੇ ਹੱਦ ਤੱਕ ਮੈਨੂੰ ਵੀ ਲੰਘਣਾ ਪਿਆ ਹੈ, ਮੈਂ ਆਪਣੀ ਬੱਚੀ ਨੂੰ ਇੰਨਾ ਤਕੜਾ ਕਰ ਜਾਵਾਂਗੀ ਆਪਣੇ ਜੀਵਨ ਵਿੱਚ ਕਿ ਉਹ ਵੀ ਇਸ ਸਮਾਜ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਹੰਢਾਵੇਗੀ ਨਹੀਂ। ਮੈਂ ਖੋਜੇ ਵਾਲੇ ਪਰਿਵਾਰ ਨੂੰ, ਮੈਂ ਟਾਹਲੀ ਵਾਲੇ ਪਰਿਵਾਰ ਨੂੰ, ਮੈਂ ਬਤਾਲੇ ਵਾਲੇ ਪਰਿਵਾਰ ਨੂੰ, ਉਹਨਾਂ ਸਾਰੇ ਪਰਿਵਾਰਾਂ ਨੂੰ ਇਹ ਵਧਾਈ ਦੇਣਾ ਚਾਹਾਂਗਾ ਤੇ ਪਰਮਜੀਤ ਨੂੰ ਖਾਸ ਕਰਕੇ। ਤੇ ਮੈਂ ਆਸ ਕਰਦਾ ਹਾਂ ਕਿ
ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੀਆਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਦੇਖਾਂਗੇ। ਧੰਨਵਾਦ। बहुत बहुत धन्यवाद इंद्रजीत पाल जी। ਤੁਸੀਂ ਪਰਿਵਾਰ ਦੇ ਨਾਲ ਇਹਨੇ ਨੇੜੇ ਵਿਚਰੇ ਹੋਣ ਕਰਕੇ ਪਰਮਜੀਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਸੋ ਸਾਡੇ ਸਾਰਿਆਂ ਨਾਲ ਤੁਸੀਂ ਜੋ ਇਹਨਾਂ ਦਾ ਪਰਿਚੈ ਕਰਾਇਆ, ਬਹੁਤ ਬਹੁਤ ਤੁਹਾਡਾ ਧੰਨਵਾਦ। ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਭੈਣ ਜੀ ਡਾਕਟਰ ਕਮਲਜੀਤ ਢਿੱਲੋਂ ਹੋਰਾਂ ਨੂੰ। ਉਸ ਕਿਤਾਬ ਦੇ ਵਿੱਚ ਕਾਫੀ ਯੋਗਦਾਨ ਰਿਹਾ ਹੈ ਛਪਣ ਤੱਕ, ਜੋ ਸਾਡੇ ਹੱਥ ਤੱਕ ਪਹੁੰਚੀ ਹੈ। ਆਖਰੀ ਟੱਚ ਭੈਣ ਜੀ ਹੋਰਾਂ ਨੇ ਹੀ ਦਿੱਤਾ ਹੈ ਤੇ ਚੰਡੀਗੜ੍ਹ ਤੋਂ ਇਹ ਬੁੱਕ ਛਪੀ ਸੀ। ਸੋ ਭੈਣ ਜੀ ਆਪਣਾ ਵਿਚਾਰ ਦੇਣਗੇ ਇਸ ਕਿਤਾਬ ਬਾਰੇ। ਡਾਕਟਰ ਕਮਲਜੀਤ ਕੌਰ। ਬਲ ਸਾਹਿਬ, ਚੀਮਾ ਜੀ, ਮਿੰਨੀ ਗਰੇਵਾਲ ਜੀ, ਭੈਣ ਜੀ ਕਮਲਜੀਤ, ਕਲਮ ਵਾਲੇ ਔਰ ਸਾਰੇ ਵਿਦਵਾਨ ਦੋਸਤੋ, ਮੈਂ ਤਾਂ ਇਹ ਨਹੀਂ ਕਹਿਣਾ ਤੁਹਾਨੂੰ ਕਿ ਕਿਤਾਬ ਮੈਂ ਨਹੀਂ ਪੜ੍ਹੀ, ਮੈਂ ਕਈ ਵਾਰ ਪੜ੍ਹੀ। ਇਹ ਪਰਮਜੀਤ ਜਿਹੜੀ ਹੈ ਜਦੋਂ ਪਾਣੀ ਦੇ ਜਗ ਦੇ ਬੁਲਬੁਲਿਆਂ ਦੇ ਨਾਲ ਕਰਦੀ ਹੈ ਜਾਂ ਰੋਈਆਂ ਕੰਡਿਆਂ ਵਿੱਚ ਦੀ ਵਿਚਰਦੀ ਹੈ ਜਾਂ ਕਿਸੇ ਗੁਮਨਾਮ ਪਿੰਡ ਵਿੱਚ ਆਪਣਾ ਸਰਨਾਮਾ ਛੱਡ ਕੇ ਆਉਂਦੀ ਹੈ ਤੇ ਅੱਗੇ ਜਾ ਕੇ ਇੱਕ ਹੋਰ ਗੁਮਨਾਮ ਪਿੰਡ ਦੇ ਵਿੱਚ ਉਹ ਸਰਨਾਮਾ ਲੱਭਦੀ ਹੈ ਜਾਂ ਕੁਝ ਬਣਨ ਲਈ ਤਾਂਘਦੀ ਹੈ ਤੇ ਜਾਂ ਫਿਰ ਉਹ ਕਹਿੰਦੀ ਹੈ ਕਿ ਮੇਰੀ ਧੀ ਨਹੀਂ ਰੋਏਗੀ, ਜਿਸ ਤਰ੍ਹਾਂ ਜ਼ਿਕਰ ਹੋਇਆ ਹੈ। ਔਰ ਇਸ ਦੀ ਇਹ ਸੰਤਾਪ ਭੋਗਿਆ ਵਾਲੀ ਨਜ਼ਮ ਜਿਹੜੀ ਹੈ, ਤਾਂ ਉੱਥੇ ਪਰਮਜੀਤ ਸਮੁੱਚੀ ਪੰਜਾਬਣ ਦੀ ਤਸਵੀਰ ਹੈ। ਸਮੁੱਚੀ ਪੰਜਾਬ ਦੇ ਜਿਹੜੇ ਸਾਡਾ ਸੱਭਿਆਚਾਰਕ ਵਿਰਸਾ ਹੈ ਉਸ ਨੂੰ ਸਾਰੀ ਕਿਤਾਬ ਵਿੱਚ ਗੁੰਨ ਕੇ ਪੇਸ਼ ਕਰਦੀ ਹੈ। ਉਹਦੀਆਂ ਬੜੀਆਂ ਸਾਰੀਆਂ ਪਰਤਾਂ ਨੇ। ਮੈਨੂੰ ਕਿੰਨੇ ਮਿੰਟ ਦੇਣੇ ਨੇ ਜੰਗਰ ਸਾਹਿਬ? ਅੱਛਾ, ਤਾਂ ਕਿ ਮੈਂ ਉਹਦੇ ਵਿੱਚ ਹੀ ਆਪਣਾ ਜਿਹੜਾ ਹੈ ਗੱਲ ਕਹਿ ਦਿਆਂ, ਕਿਉਂਕਿ ਇਹ ਪੇਪਰ ਨਹੀਂ ਹੈ। ਜਦੋਂ ਚੰਡੀਗੜ੍ਹ ਦੇ ਵਿੱਚ ਇਹਦੇ ਤੇ ਕਾਫੀ ਵੱਡਾ ਸੰਵਾਦ ਹੋਇਆ ਸੀ ਤੇ ਮੈਂ ਸਾਖੀ ਸੀ ਉਸ ਸੰਵਾਦ ਦੀ, ਕਿਉਂਕਿ ਮੈਨੂੰ ਇਹ ਮਾਣ ਹੈ ਕਿ ਇਸ ਕਿਤਾਬ ਨੂੰ ਛਾਪਣ ਦੇ ਵਿੱਚ, ਪੜ੍ਹਨ ਦੇ ਵਿੱਚ ਜਾਂ ਇਹਨੂੰ ਪ੍ਰੂਫ ਰੀਡਿੰਗ ਕਰਨ ਦੇ ਵਿੱਚ ਜਿੰਨੀਆਂ ਪ੍ਰੂਫ ਰੀਡਿੰਗ ਦੀਆਂ ਗਲਤੀਆਂ ਉਹ ਮੇਰੀਆਂ ਨੇ, ਤਾਂ ਮੈਂ ਉਹ ਸਾਖੀ ਸੀ। ਤੇ ਮੈਂ ਉਸ ਜਗਦੀ ਰਾਤ ਦੀ ਵੀ ਸਾਖੀ ਸੀ ਜਦੋਂ ਪਰਮਜੀਤ ਦਿਓਲ ਪਰਮਜੀਤ ਬਣ ਰਹੀ ਸੀ, ਜਾਂ ਮੈਂ ਉਸ ਜਗਦੀ ਰਾਤ ਦੀ ਵੀ ਸਾਖੀ ਸੀ ਜਦੋਂ ਜਿਹੜੀ ਇਸ ਕਿਤਾਬ ਦਾ ਸਿਰਨਾਮਾ ਬਣ ਰਿਹਾ ਸੀ। ਬਹੁਤ ਸਾਰੇ ਨਾਮ ਅਸੀਂ ਸੋਚੇ ਸੀ, ਉਸ ਦੇ ਵਿੱਚੋਂ ਸਾਨੂੰ, ਕਿਉਂਕਿ ਇਹਦੇ ਸਾਹ ਵਗਦੇ ਪਏ ਨੇ ਇਸ ਕਿਤਾਬ ਦੇ ਵਿੱਚ। ਇਹ ਸਾਹ ਜਿਹੜੇ ਨੇ ਇਕੱਲੀ ਇਸ ਦੇ ਨਹੀਂ ਹੈ, ਇਸ ਦੀ ਧੀ ਦੇ ਨੇ, ਇਸ ਦੇ ਪਤੀ ਦੇ ਸਾਹ ਨੇ, ਇਸ ਦੇ ਬਾਪ ਦੇ ਸਾਹ ਨੇ, ਇਸ ਦੀ ਮਾਂ ਦੇ ਸਾਹ ਨੇ, ਸਮੁੱਚੇ ਕੁਨਬੇ ਦੇ ਸਾਹ ਨੇ। ਸੋ ਇਸ ਕਰਕੇ ਇਹ ਜਿਹੜੀ ਸਾਹਾਂ ਦੀ ਪੱਤਰੀ ਹੈ, ਇਹ ਇੱਕ ਕੱਲੀ ਪਰਮਜੀਤ ਦੀ ਹੁਣ ਨਾ ਰਹਿ ਕੇ ਸਮੁੱਚੀ ਪੰਜਾਬਣ ਦੇ ਸਾਹਾਂ ਦੀ ਪੱਤਰੀ ਹੋ ਗਈ ਹੈ। ਸੋ ਜਦੋਂ ਅਸੀਂ ਇੱਥੇ ਗੱਲ ਕਰਦੇ ਹਾਂ, ਮੈਂ ਇੱਕ ਦੋ ਗੱਲਾਂ ਜਿਹੜੀਆਂ ਸੀ ਕੁਝ ਜਿਹੜੇ ਵਕਤੇ ਕਹਿ ਕੇ ਗਏ ਨੇ, ਜਦੋਂ ਅਸੀਂ ਨਵੀਂ ਪੀੜ੍ਹੀ ਦੀ ਗੱਲ ਕਰਦੇ ਹਾਂ, ਨਵੀਂ ਪੀੜ੍ਹੀ ਨੇ ਕੋਈ ਅਲਾਦੀਨ ਦਾ ਚਿਰਾਗ ਨਹੀਂ ਹੈ ਸਾਡੇ ਕੋਲ ਕਿ ਅਸੀਂ ਨਵੀਂ ਪੀੜ੍ਹੀ ਨੂੰ ਨਾਲ ਜੋੜ ਲੈਣਾ ਹੈ। ਜਿਹੜੀਆਂ ਬੜੀਆਂ ਸਿਫਤੀ ਤਬਦੀਲੀਆਂ ਵਾਪਰ ਰਹੀਆਂ ਨੇ ਪੰਜਾਬ ਦੀ ਧਰਤੀ ਤੇ ਵੀ, ਕੈਨੇਡਾ ਦੀ ਧਰਤੀ ਤੇ ਵੀ, ਜਾਂ ਸਮੁੱਚੇ ਜਿਹੜਾ ਸਾਡਾ ਸੰਸਾਰ ਦੀ ਧਰਤੀ ਤੇ ਸੰਸਾਰੀਕਰਨ ਹੋ ਰਿਹਾ ਹੈ, ਤਾਂ ਉਹ ਤਬਦੀਲੀਆਂ ਦੇ ਨਾਲ ਪੰਜਾਬ ਵੀ ਜੂਝ ਰਿਹਾ ਹੈ। ਸੋ ਇਸ ਕਰਕੇ ਉਹ ਸਾਰੇ ਦਾ ਸਾਰਾ ਸਹਿਤ ਦੇ ਵਿੱਚ ਆਉਣਾ ਹੈ। ਤੇ ਜਿੰਨੀ ਦੇਰ ਤੱਕ ਕੋਈ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਦੀ, ਉਨੀ ਦੇਰ ਤੱਕ ਕੋਈ ਵੀ ਸਹਿਤ ਤਰੱਕੀ ਨਹੀਂ ਕਰ ਸਕਦਾ। ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ। ਜਦੋਂ ਸਾਡੀ ਭਾਸ਼ਾ ਰੁਜ਼ਗਾਰ ਦੀ ਭਾਸ਼ਾ ਬਣੇਗੀ, ਉਦੋਂ ਇਸ ਦੇ ਵਿੱਚ ਜਿਹੜਾ ਹੈ, ਭਾਵੇਂ ਕਿ ਉਹ ਰਾਜਨੀਤੀਵਾਨਾਂ ਦਾ ਕਿਹੋ ਜਿਹਾ ਰੋਲ ਹੈ, ਸਾਡਾ ਕਿੰਨਾ ਹਿੱਸਾ ਹੈ, ਇਹ ਸਾਰੇ ਹਿੱਸੇ ਅਸੀਂ ਜਿਹੜਾ ਗਿਣ ਸਕਦੇ ਹਾਂ। ਤੇ ਜਦੋਂ ਇਹ ਸਾਰੇ ਗੱਲ ਤੋਂ ਪਾਸੇ ਜਾ ਕੇ ਜਦੋਂ ਇੱਕ ਔਰਤ ਰਚਨਾ ਰਚਦੀ ਹੈ, ਤੇ ਮੈਂ ਪਰਮਜੀਤ ਦੇ ਉਹਨਾਂ ਪਲਾਂ ਦੀ ਵੀ, ਕੁਝ ਕਵਿਤਾਵਾਂ ਦੀ ਵੀ ਸਾਖੀਆਂ, ਜਦੋਂ ਉਸ ਨੂੰ ਆਵੇਸ਼ ਹੁੰਦਾ, ਜਿਹਨੂੰ ਅਸੀਂ ਆਵੇਸ਼ ਕਹਿੰਦੇ ਹਾਂ, ਜਦੋਂ ਇਸਨੇ ਕਿਹਾ ਕਿ ਭੈਣ ਜੀ ਮੈਨੂੰ ਹੁਣੇ ਹੀ ਇੱਕ ਦੋ ਲਾਈਨਾਂ ਸੁਝੀਆਂ ਨੇ, ਸੁਣਿਓ, ਤਾਂ ਮੈਨੂੰ ਇਸ ਗੱਲ ਦਾ ਮਾਣ ਹੈ। ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੈਂ ਸਾਖੀ ਰਵਾਂਗੀ ਇਸ ਕਿਤਾਬ ਦੀ ਵੀ ਤੇ ਉਹਨਾਂ ਪਲਾਂ ਦੀ ਵੀ। ਜ਼ਰੂਰੀ ਨਹੀਂ ਹੈ ਕਿ ਪਹਿਲੀ ਕਿਤਾਬ ਜਿਹੜੀ ਹੈ ਉਸ ਨੂੰ ਤੁਸੀਂ, ਸਾਡੇ ਬਹੁਤ ਵੱਡੇ ਲੇਖਕ ਹੋਏ ਨੇ, ਉਹ ਇੱਕ ਅੱਧੀ ਕਿਤਾਬ ਹੀ ਉਹਨਾਂ ਦੀ ਵਧੀਆ ਹੁੰਦੀ ਹੈ ਜਿਹੜੀ ਗਿਣੀ ਜਾਂਦੀ ਹੈ।
ਜਾਂ ਇੱਕ ਪੂਰੀ ਦੀ ਪੂਰੀ ਕਿਤਾਬ ਦੇ ਵਿੱਚ ਇੱਕ ਨਜ਼ਮ ਹੁੰਦੀ ਹੈ ਜਿਹੜੀ ਉਹ ਸਾਰੀ ਦੀ ਸਾਰੀ ਜਿਹੜੀ ਲੇਖਕ ਦਾ ਸਿਰਨਾਮਾ ਬਣ ਜਾਂਦੀ ਹੈ। ਸੋ ਇਸ ਕਰਕੇ ਜਦੋਂ ਇਹਦੀ ਪਹਿਲੀ ਨਜ਼ਮ ਦੀ ਗੱਲ ਜਿਹੜੀ ਚੰਡੀਗੜ੍ਹ ਦੇ ਵਿੱਚ ਬਹੁਤ ਉੱਥੇ ਦੋ ਸਾਡੀਆਂ ਵਿਦਵਾਨ ਔਰਤਾਂ ਸਨ ਜਿਨ੍ਹਾਂ ਨੇ ਤਫਸੀਲ ਨਾਲ ਪੇਪਰ ਪੜ੍ਹਿਆ ਸੀ, ਡਾਕਟਰ ਦਵਿੰਦਰ ਜੀ ਤੇ ਡਾਕਟਰ ਜਸਵੀਰ ਕੌਰ, ਤਾਂ ਉਹਨਾਂ ਨੇ ਬਾਰ-ਬਾਰ ਇਹਨਾਂ ਦੀ ਇੱਕ ਪਹਿਲੀ ਨਜ਼ਮ ਦੀ ਚਰਚਾ ਕੀਤੀ ਸੀ, ਮੈਂ ਬਾਰ-ਬਾਰ ਪਾਣੀ ਦੇ ਜਗਦਿਆਂ ਬੁਲਬੁਲਿਆਂ ਨੂੰ ਫੜਾਂਗੀ। ਮੈਨੂੰ ਪਤਾ ਹੈ ਉਹ ਹੱਥ ਲਾਉਣ ਨਾਲ ਬੁਝਣਗੇ, ਮਿਟ ਜਾਣਗੇ, ਲੇਕਿਨ ਸੰਘਰਸ਼ ਕਰਾਂਗੀ। ਮੈਂ ਫਿਰ ਲੜਾਂਗੀ, ਮੈਂ ਬਾਰ-ਬਾਰ ਪਾਣੀ ਦੇ ਜਗਦਿਆਂ ਬੁਲਬੁਲਿਆਂ ਨੂੰ ਫੜਾਂਗੀ। ਤੇ ਅੱਜ ਦੀ ਔਰਤ ਜਦੋਂ ਇਹ ਯੁਰਤ ਕਰਦੀ ਹੈ ਉਹਨਾਂ ਚੀਜ਼ਾਂ ਨੂੰ ਫੜਨ ਦੀ, ਉਹ ਇੱਕ ਐਕਸਪੀਰੀਅੰਸ ਕਰ ਰਹੀ ਹੈ, ਉਹ ਤਜਰਬਾ ਕਰ ਰਹੀ ਹੈ। ਉਹ ਜਿਹੜਾ ਪੁਰਾਣਾ ਸਾਡਾ ਪੈਟਰੀਆਰਕਲ ਸੁਸਾਇਟੀ ਦਾ ਮਾਈਂਡ ਸੈਟ ਹੈ ਉਹਨੂੰ ਤੋੜ ਕੇ ਇੱਕ ਨਵੇਂ ਤਜਰਬੇ ਦੀ ਜਿਸ ਉਹ ਔਰਤ ਨੂੰ ਤੋੜ ਰਹੀ ਹੈ ਜਦੋਂ ਕਿ ਉਹਨੇ ਕੁਝ ਨਹੀਂ ਕਰਨਾ, ਘਰ ਤੋਂ ਬਾਹਰ ਨਹੀਂ ਜਾਣਾ। ਇਹਦੇ ਵਿੱਚ ਵੀ ਕਹਿੰਦੀ ਹੈ ਮੈਂ ਸਵੇਰੇ ਉੱਠਾਂਗੀ, ਬਾਹਰ ਖੋਲਾਂਗੀ, ਘਾਹ ਤੇ ਪਈਆਂ ਹੋਈਆਂ ਬੂੰਦਾਂ ਨੂੰ ਹੱਥ ਵਿੱਚ ਲਵਾਂਗੀ, ਉਹ ਘੂਰੇਗਾ, ਦੂਸ਼ਿਤ ਹੋ ਜਾਣਗੀਆਂ, ਨਾਸ਼ ਹੋ ਇਹਨਾਂ ਨੂੰ। ਇਹ ਕੁਦਰਤ ਦਾ ਅਨਮੋਲ ਤੋਹਫਾ ਖਰਾਬ ਕਰਨ ਵਿੱਚ ਮੈਂ ਫਿਰ ਗੁਸਤਾਖੀ ਕਰਾਂਗੀ, ਮੈਂ ਬਾਰ-ਬਾਰ ਪਾਣੀ ਦੇ ਜਗਦਿਆਂ ਬੁਲਬੁਲਿਆਂ ਨੂੰ ਫੜਾਂਗੀ। ਜਦੋਂ ਇਹ ਗੱਲ ਇਹ ਕਰ ਰਹੀ ਹੈ ਪਰਮਜੀਤ, ਤੇ ਪਰਮਜੀਤ ਸਾਡੇ ਸਾਹਮਣੇ ਉਹ ਜੂਝਦੀ ਪੰਜਾਬਣ ਹੈ ਜਿਹੜੀ ਆਪਣੇ ਆਪੇ ਦੀ ਤਲਾਸ਼ ਵਿੱਚ ਹੈ, ਇੱਕ ਇਨਸਾਨ ਹੋਣ ਦੀ ਤਲਾਸ਼ ਦੀ ਗੱਲ ਕਰ ਰਹੀ ਹੈ। ਸੋ ਹੋ ਸਕਦਾ ਇਸ ਦੇ ਵਿੱਚ ਕੋਈ ਕੁਚਾਈ ਹੋਵੇ ਨਾ ਕਵਿਤਾਵਾਂ ਦੇ ਵਿੱਚ, ਹੋ ਸਕਦੀ ਹੈ, ਪਰ ਮੈਨੂੰ ਪਤਾ ਹੈ ਕਿ ਜਦੋਂ ਅੱਜ ਤੋਂ 10 ਸਾਲ ਬਾਅਦ 20 ਸਾਲ ਬਾਅਦ ਇਸ ਦੀਆਂ 10 ਕਿਤਾਬਾਂ ਆਉਣਗੀਆਂ ਤੇ ਆਪਣੇ ਆਪ ਹੀ ਆਪਣੀ ਜਿਹੜੀ ਲੇਖਣੀ ਦਾ ਰਿਵਿਊ ਕਰੇਗੀ, ਤੇ ਹਰ ਜਿਹੜਾ ਲੇਖਕ ਹੈ ਆਪਣੇ ਆਪ ਦਾ ਰਿਵਿਊ ਕਰਦਾ ਹੈ। ਸੋ ਇੱਕ ਇਹਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਅੱਜ ਦੇ ਬਦਲਦੇ ਰਿਸ਼ਤਿਆਂ 'ਚ ਭਾਬੀ ਮਾਂ ਕਵਿਤਾ ਦਾ ਬੜਾ ਜ਼ਿਕਰ ਹੋਇਆ। ਉਹਦੇ ਵਿੱਚ ਉਹ ਕਹਿੰਦੀ ਮੇਰੀ ਭਾਬੀ ਜਿਹੜੀ ਹੈ ਉਹ ਮਾਂ ਵਰਗੀ ਹੈ, ਉਹ ਜਿਹੜਾ ਰਿਸ਼ਤਾ ਹੈ ਉਹ ਪੋਜ਼ਿਟਿਵ ਹੈ। ਪਰਮਜੀਤ ਦੀ ਸਾਰੀ ਜਿਹੜੀ ਪੋਇਟਰੀ ਆ ਉਹ ਨੈਗੇਟਿਵ ਨਹੀਂ ਹੈ, ਉਹਨਾਂ ਨਾਵਾਚਕ ਰਿਸ਼ਤਿਆਂ ਦੀ ਦਾਸਤਾਨ ਨਹੀਂ ਹੈ, ਉਹ ਇੱਕ ਨਵੇਂ ਰਿਸ਼ਤੇ ਸਿਰਜਦੀ ਹੈ। ਜਿਹੜਾ ਭਾਬੀ ਤੇ ਨਨਾਣ ਦਾ ਰਿਸ਼ਤਾ ਹੈ ਉਹ ਬੜਾ ਨੈਗੇਟਿਵ ਰਿਸ਼ਤਾ ਵੀ ਹੋ ਕੇ ਸਾਡੇ ਪੇਸ਼ ਹੋਇਆ, ਪਰ ਪਰਮਜੀਤ ਦੇ ਲਈ ਉਹ ਰਿਸ਼ਤਾ ਬੜਾ ਸਾਵਾਂ ਹੈ, ਭਾਬੀ ਮਾਂ ਵਰਗੀ ਹੈ। ਜਦੋਂ ਇੱਕ ਜਿਹੜੀ ਕਵਿਤਾ ਹੈ ਜਿਹੜੀ ਮੈਨੂੰ ਇਹਦੇ ਵਿੱਚ ਲੱਗਿਆ, ਕਿਉਂਕਿ ਪੋਇਟਰੀ ਜਿਹੜੀ ਹੈ ਉਹ ਨਾਰੇ ਦੀ ਨਹੀਂ ਹੁੰਦੀ, ਇਹ ਪੋਇਟਰੀ ਜਿਹੜੀ ਆ ਸਾਡੀ ਕਵਿਤਾ ਹੈ ਇਹ ਸਾਡੇ ਇਮੋਸ਼ਨਸ ਦੀ ਸੰਵੇਗ ਦੀ ਤਰਜਮਾਨੀ ਕਰਦੀ ਹੈ, ਮਨ ਦੀ ਬਲਬਲਿਆਂ ਦੀ ਤਰਜਮਾਨੀ ਕਰਦੀ ਹੈ। ਤੇ ਇਹਦੇ 'ਚ ਨਾਰਾ ਨਹੀਂ, ਪਰ ਇੱਕ ਥਾਂ ਤੇ ਪਰਮਜੀਤ ਉਹ ਬੜੀ ਵੱਡੀ ਗੱਲ ਕਹਿੰਦੀ ਹੈ, ਇਹ ਹੈ ਸੰਤਾਪ ਹੋ ਗਿਆ। ਮਾਂ ਕਹਿੰਦੀ ਹੇ ਰੱਬਾ ਮੇਰੀ ਕਿਸਮਤ ਵਰਗੀ ਮੇਰੀ ਧੀ ਦੀ ਕਿਸਮਤ ਨਾ ਲਿਖੀ, ਤੇ ਤੂੰ ਮਾਂ ਐਵੇਂ ਹੀ ਰੱਬ ਨੂੰ ਕੋਸਦੀ। ਰੱਬ ਨਹੀਂ ਕਰਦਾ, ਬੰਦਾ ਬੰਦੇ ਨਾਲ ਕਰਦਾ ਹੈ। ਉਹ ਬਹੁਤ ਵੱਡੀ ਫਿਲਾਸਫੀ ਦੁਨੀਆ ਦੇ ਵਿੱਚ ਇੱਕ ਵੱਡੀ ਜਿਹੜੀ ਸਾਡੀ ਦਾਰਸ਼ਨਿਕ ਸਿਧਾਂਤ ਨੂੰ ਇਹਦੇ ਵਿੱਚ ਉਹ ਬਣਾ ਰਹੀ ਹੈ। ਉਹ ਜਿਹੜੀ ਕਿਸਮਤ ਵਾਲੀ ਗੱਲ ਹੈ ਉਹ ਤੋਂ ਪਾਸੇ ਜਾ ਕੇ ਪਤਾ ਨਹੀਂ ਕਿਸ ਤਰੀਕੇ ਨਾਲ ਇਹਨੇ ਕਦੋਂ ਲਿਖੀ, ਸੁਚੇਤ ਤੌਰ ਤੇ ਲਿਖੀ ਜਾਂ ਅਚੇਤ ਤੌਰ ਤੇ ਲਿਖੀ, ਪਰ ਮੈਂ ਇਸ ਲਾਈਨ ਨੂੰ, ਇਸ ਦੀ ਜਿਹੜੀ ਸੋਚ ਹੈ, ਜਿਹੜੀ ਸਮਝ ਹੈ ਕਿ ਰੱਬ ਨੇ ਕਿਸਮਤ ਨਹੀਂ ਬਣਾਈ, ਇਹ ਬੰਦੇ ਨੇ ਬਣਾਈ ਹੈ। ਤੇ ਜੇ ਜਾਤੀ ਸਮਾਜ ਦੇ ਵਿੱਚ ਔਰਤ ਨਾਲ ਹੋ ਰਹੀ ਹੈ ਉਹ ਸਮਾਜ ਹੀ ਕਰ ਰਿਹਾ ਹੈ, ਉਹ ਧਰੋਂ ਨਹੀਂ ਜਾਤੀ ਲਿਖੀ ਹੋਈ। ਸੋ ਇਸ ਕਰਕੇ ਉਹ ਕਹਿੰਦੀ ਹੈ ਕਿ ਬੰਦਾ ਬੰਦੇ ਨਾਲ ਕਰਦਾ, ਮਾਂ ਰੱਬ ਨਹੀਂ ਕਰਦਾ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਇਹਦੇ ਵਿੱਚ। ਤੇ ਪਰਮਜੀਤ ਦੇ ਅੱਜ ਦੇ ਦਿਨ ਅਸੀਂ ਵਧਾਈ ਦੇ ਰਹੇ ਹਾਂ, ਤੇ ਮੈਂ ਇਹਨੂੰ ਇੱਕ ਇਹ ਵੀ ਕਹਿ ਰਹੀ ਹਾਂ ਕਿ ਹੁਣ ਪਰਮਜੀਤ ਇਸ ਕਿਤਾਬ ਤੋਂ ਅੱਗੇ ਚੱਲਣਾ ਹੈ, ਸਾਹਾਂ ਦੀ ਪੱਤਰੀ ਤੋਂ ਅੱਗੇ ਉਸ ਮੰਜ਼ਿਲ ਨੂੰ ਪਾਉਣਾ ਹੈ। ਉਹ ਸਾਹ ਤਾਂ ਤੁਰਦੇ ਰਹਿਣਗੇ, ਉਹ ਸਾਹ ਜਿਹੜੇ ਨੇ ਉਹ ਸਾਰੇ ਪਰਿਵਾਰ ਦੇ ਵਿੱਚ ਨੇ। ਮੈਂ ਤੀਰਥ ਦਿਓਲ ਨੂੰ ਵਧਾਈ ਦਿੰਦੀ ਹਾਂ ਕਿ ਕੈਨੇਡਾ ਦੀ ਧਰਤੀ ਤੇ ਆ ਕੇ ਸੰਘਰਸ਼ ਕਰਨਾ, ਤੇ ਫਿਰ ਸੰਘਰਸ਼ ਦੇ ਵਿੱਚੋਂ ਆਪਣੀ ਆਰਥਿਕਤਾ ਨੂੰ ਬਣਾਉਂਦੇ ਹੋਏ ਤੁਸੀਂ ਕਲਾਤਮਿਕ, ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੀ ਜੀਵਨ ਸਾਥਣ ਜਿਹੜੀ ਹੈ ਉਹ ਇੱਕ ਕਲਾਤਮਿਕ ਉਚਾਈਆਂ ਨੂੰ ਪਹੁੰਚ ਰਹੀ ਹੈ, ਔਰ ਇਹਦੇ ਵਿੱਚ ਵੀ ਇੱਕ ਸੰਘਰਸ਼ ਹੈ। ਉਹ ਆਪਣੀ ਰੋਜ਼ੀ ਰੋਟੀ ਤਾਂ ਅਸੀਂ ਸਾਰੇ ਕਮਾਉਂਦੇ ਹਾਂ, ਸਾਰੇ ਖਾਂਦੇ ਹਾਂ, ਪਰ ਉਸ ਤੋਂ ਬਿਨਾਂ ਜਿਹੜਾ ਇੱਕ ਸਮਾਜਿਕ ਫਰਜ਼ ਅਦਾ ਕਰ ਰਹੀ ਹੈ ਪਰਮਜੀਤ, ਉਸ ਦੇ ਲਈ ਵੀ ਵਧਾਈ ਹੈ।
ये किताब जिहड़ी है नਵੇਂ राह खोल रही है, नवीं गल्लां कर रही है। इहदे विच बड़ियां होर नज़मां ने जिहड़ा है धी दे हथियारियां दी जदों गल करदी है, इहदे च एक नज़म है कि मड़ियां दी गल जिहड़ी कुखां दे विच जिहड़ी भरूण हत्या दी गल है वो संवेगात्मक तरीके नाल करदी है, अशोभले तरीके नाल करदी, क्योंकि जिहड़ा साडा साहित्य है वो लेटेंट एंड मैनीफेस्ट कंटेंट दे विच दोनां दे विच छुपिया हुंदा, सिद्धा नहीं हुंदा। इशारियां दे विच जिहड़ी गल वो कर रही है, क्योंकि असीं उस लोक साहित्य दा साडा विरसा है जिहड़ी बड़ी गल कहंदी है कि जिहड़ी है घुंड कढ ला पत्तन ते खड़िए पानियां नूं अक लग जू, ਉਹਦੇ ਵਿੱਚ ਜਿਹੜੀ ਖੂਬਸੂਰਤੀ ਅਸੀਂ ਉਸ ਵਿਰਸੇ ਦੇ ਮਾਲਕ ਹੈ, ਉਹ ਵਿਰਾਸਤ ਹੈ ਸਾਡੇ ਕੋਲੇ। ਸਾਨੂੰ ਗੱਲ ਕਹਿਣ ਦੀ ਪੰਜਾਬੀਆਂ ਨੂੰ ਵੱਲ ਹੈ। ਤਾਂ ਮੈਂ ਪਰਮਜੀਤ ਨੂੰ ਵਧਾਈ ਦਿੰਨੀ ਹੈ ਤੇ ਇਹਦੇ ਵਿੱਚ ਜਿਹੜੀ ਸਾਰੀ ਦੀ ਸਾਰੀ ਜਿਹੜੀ ਮਿਹਨਤ ਹੈ ਉਹ ਉਸ ਦੀ ਆਪਣੀ ਹੈ। ਉਹ ਸੰਘਰਸ਼ ਹੈ ਇੱਕ ਔਰਤ ਦਾ, ਤੇ ਖਾਸ ਕਰਕੇ ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਔਰਤ ਦੀ ਜਦੋਂ समाजिक जबर हो रहा होवे चारे पासे, आर्थिक संघर्ष होवे ते औरत नूं साडे सभ्याचारक तौर ते जिवें बल साहब ने कहा कि ये कुछ औरतां ने जिहड़ियां संघर्ष कर रहीआं ने ते इन्हां ने आउण वाली पीढ़ी लई कुछ पूरने पाउणे ने ते आउण वाला भविख जरूर औरत दा होएगा, मैनूं ये आस है। शुक्रिया। ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਪ੍ਰੋਫੈਸਰ ਜਗੀਰ ਸਿੰਘ ਹੋਰਾਂ ਨੂੰ 1 ਮਿੰਟ ਲਈ ਆਪਣੇ ਉਹ ਵਿਚਾਰ ਪੇਸ਼ ਕਰਨਗੇ। ਪ੍ਰੋਫੈਸਰ ਜਗੀਰ ਸਿੰਘ ਕਾਲੋ। ਮੈਂ ਪਰਮਜੀਤ ਦਿਓਲ ਨੂੰ ਵੀ ਦੇਖਿਆ ਤੇ ਦਿਓਲ ਪਰਮਜੀਤ ਨੂੰ ਵੀ ਦੇਖਿਆ। 2011 ਦੇ ਵਿੱਚ ਮੈਨੂੰ ਕਿਤੇ ਕਵਿਤਾ ਪੜ੍ਹਨ ਦਾ ਮੌਕਾ ਮਿਲਿਆ ਸੀਗਾ, ਉੱਥੇ ਸਟੇਜ ਪਰਮਜੀਤ ਦਿਓਲ ਨੇ ਕੰਡਕਟ ਕੀਤੀ ਸੀਗੀ ਤੇ ਜਿਵੇਂ ਦਾਈਏ ਦੀ ਗੱਲ ਹੋਈ ਸੀਗੀ ਪਰਮਜੀਤ ਦੇ ਦੀ, ਮੈਨੂੰ ਕਿਹਾ ਬਈ ਪਰਮਜੀਤ ਕੋਈ ਕਵਿਤਾ ਤੂੰ ਵੀ ਸੁਣਾ। ਕਹਿੰਦੀ ਕੋਈ ਨਹੀਂ, ਫਿਕਰ ਨਾ ਕਰੋ, ਮੈਂ ਕਵਿਤਾ ਤੁਹਾਨੂੰ ਸੁਣਾਵਾਂਗੀ। ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਰਜਨੀਸ਼ ਬਹਾਦਰ ਨੇ ਮੈਨੂੰ ਨਵੇਂ ਜ਼ਮਾਨੇ ਤੋਂ ਪਿਛਲੇ ਮਹੀਨੇ ਫੋਨ ਕੀਤਾ ਕਿ ਪਰਮਜੀਤ ਜਲੰਧਰ ਆਈ ਆ ਭਾਈ, ਕੱਲ ਨੂੰ ਅਸੀਂ ਉਹਨਾਂ ਨਾਲ ਮਿਲਣੀ ਕਰਨੀ ਆ, ਉਹਨਾਂ ਦਾ ਰੂਬਰੂ ਕਰਨਾ। ਤੇ ਮੈਂ ਬਹੁਤ ਕਿਸੇ ਜ਼ਰੂਰੀ ਕੰਮ ਕਰਕੇ ਉਹ 'ਚ ਸ਼ਾਮਲ ਨਾ ਹੋ ਸਕਿਆ, ਪਰ ਮੈਂ ਖੁਸ਼ਕਿਸਮਤ ਸਮਝਦਾ ਵੀ ਮੈਂ ਉੱਥੇ ਜੇ ਸ਼ਾਮਲ ਹੁੰਦਾ, ਉੱਥੇ ਬੰਦੇ ਵੀ ਥੋੜੇ ਹੋਣੇ ਸੀਗੇ, ਕਵੀ ਵੀ ਥੋੜੇ ਹੋਣੇ ਸੀ, ਵਿਦਵਾਨ ਵੀ ਥੋੜੇ ਹੋਣੇ ਸੀ, ਕੋਈ ਪ੍ਰਧਾਨਗੀ ਮੰਡਲ ਵੀ ਨਹੀਂ ਹੋਣਾ ਸੀਗਾ। ਤੇ ਅੱਜ ਇਹ ਸਾਰੀਆਂ ਚੀਜ਼ਾਂ ਇੱਥੇ ਮੌਜੂਦ ਨੇ। ਮੈਂ ਪਰਮਜੀਤ ਦਿਓਲ ਨੂੰ ਵੀ ਤੇ ਦਿਓਲ ਪਰਮਜੀਤ ਨੂੰ ਵੀ ਸਾਹਾਂ ਦੀ ਪੱਤਰੀ ਦੀ ਮੁਬਾਰਕ ਦੇਣਾ। ਔਰ ਇਹਦਾ ਜਿਹੜਾ ਕਿਤਾਬ ਛਪਣ ਦਾ ਪ੍ਰੋਸੈਸ ਹੈਗਾ ਉਹਦੇ ਨਾਲ ਸਿੱਧੇ ਤੌਰ ਤੇ ਤਾਂ ਭਾਵੇਂ ਨਹੀਂ, ਪਰ ਮੈਨੂੰ ਸੂਚਨਾ ਜ਼ਰੂਰ ਮਿਲਦੀ ਰਹੀ ਹੈ ਵੀ ਇਹ ਕੁਝ ਹੋ ਰਿਹਾ, ਇਹ ਕੁਝ ਹੋ ਰਿਹਾ। ਮੈਂ ਪਰਮਜੀਤ ਦਿਓਲ ਨੂੰ ਕੇਵਲ ਕਿਤਾਬ ਦੀ ਵਧਾਈ ਨਹੀਂ ਦੇਣੀ, ਇਹਨੂੰ ਹੋਰ ਵੀ ਵਧਾਈਆਂ ਦੇਣੀਆਂ ਆ। ਕਿਤਾਬ ਦੀ ਵਧਾਈ ਇਸ ਕਰਕੇ ਦਿੱਤੀ ਹੈ ਕਿਉਂਕਿ ਫੰਕਸ਼ਨ ਇੱਥੇ ਹੋ ਰਿਹਾ ਹੈਗਾ, ਅਸੀਂ ਵਧਾਈਆਂ ਦੇਣ ਲਈ ਇਕੱਠੇ ਹੋਏ ਆ। ਅਗਲੀ ਵਧਾਈ ਇਹਨੂੰ ਇਹ ਆ ਵੀ ਇੰਨੇ ਬੰਦੇ, ਮੈਂ 2 ਸਾਲ ਇੱਥੇ 1.5 ਸਾਲ ਰਿਹਾ ਆ, ਫੰਕਸ਼ਨਾਂ 'ਚ ਮੈਂ ਜਾਂਦਾ ਵੀ ਰਿਹਾ, ਕਦੀ ਮੈਂ ਇਕੱਠੇ ਨਹੀਂ ਵੇਖੇ। ਇਹ ਗੱਲ ਮੈਂ ਉੱਥੇ ਮਾਣ ਨਾਲ ਕਹਿ ਕੇ ਆਇਆ ਪੰਜਾਬ ਦੇ ਵਿੱਚ ਕਿ ਸਾਡੇ ਵਿਚਾਰਾਂ ਦੇ ਵਖਰੇਵੇਂ ਹੋਣ, ਹੋਰ ਵੀ ਵਖਰੇਵੇਂ ਹੋਣ, ਇਲਾਕਿਆਂ ਦੇ ਵਖਰੇਵੇਂ ਹੋਣ, ਪਰ ਉੱਥੇ ਪੰਜਾਬੀ ਦੇ ਨਾਂ ਤੇ, ਪੰਜਾਬੀਅਤ ਦੇ ਨਾਂ ਤੇ, ਪੰਜਾਬੀ ਸਾਹਿਤ ਦੇ ਨਾਂ ਤੇ ਅਸੀਂ ਕੈਨੇਡਾ ਦੇ ਵਿੱਚ ਸਾਰੇ ਇਕੱਠੇ ਆ। ਔਰ ਮੇਰੀ ਇਸ ਗੱਲ ਨੂੰ ਬਲ ਮਿਲਿਆ ਹੈਗਾ ਔਰ ਮੈਂ ਮਹਿਸੂਸ ਕਰਦਾ ਕਿ ਇਸ ਗੱਲ ਦੀ ਵੀ ਵਧਾਈ ਪਰਮਜੀਤ ਨੂੰ ਆ। ਕਿਸੇ ਦੇ ਫੰਕਸ਼ਨ ਤੇ ਕੋਈ ਨਹੀਂ ਜਾਂਦਾ, ਉਹਦੇ ਫੰਕਸ਼ਨ ਤੇ ਲੋਕ ਜਾਂਦੇ ਆ ਜਿਹੜਾ ਕੈਨੇਡਾ ਵਿੱਚ ਜਾਂਦਾ ਹੈਗਾ। ਇਸ ਕਰਕੇ ਇਸ ਗੱਲ ਦੀ ਵਧਾਈ ਵੀ ਪਰਮਜੀਤ ਨੂੰ ਆ ਕਿ ਜ਼ਰੂਰ ਇਹਨਾਂ ਜਥੇਬੰਦੀਆਂ ਵਿੱਚ, ਇਹਨਾਂ ਵਿਅਕਤੀਆਂ ਦੇ ਪਰਿਵਾਰਕ ਮਾਮਲਿਆਂ ਵਿੱਚ, ਸਾਰਿਆਂ ਦੇ ਵਿੱਚ ਜਾਂਦੀ ਰਹੀ ਹੋਊਗੀ। ਇਸ ਗੱਲ ਦੀ ਵਧਾਈ ਵੀ ਪਰਮਜੀਤ ਨੂੰ ਹੈ। ਔਰ ਇਸ ਗੱਲ ਦੀ ਵਧਾਈ ਵੀ ਪਰਮਜੀਤ ਨੂੰ ਹੀ ਆ ਕਿ ਸਾਰਿਆਂ ਨੇ ਐਲਾਨ ਕੀਤਾ। ਇੱਕ ਮੇਰੇ ਦੋਸਤ ਕਹਿ ਕੇ ਗਏ ਵੀ ਹੋਰ ਵੀ ਸਹਿਤ ਸਭਾਵਾਂ ਬਣਨ ਵਾਲੀਆਂ। ਮੈਂ ਕਹਿੰਦਾ ਕੱਲਾ ਸਾਹਿਤਕਾਰ ਭਾਵੇਂ ਸਭਾਵਾਂ ਬਣਾ ਲੈ, ਮੈਨੂੰ ਘੱਟੋ ਘੱਟ ਕੋਈ ਇਤਰਾਜ਼ ਨਹੀਂ। ਮੈਨੂੰ ਖੁਸ਼ੀ ਇਸ ਗੱਲ ਦੀ ਹੋਏਗੀ ਕਿ ਜਿੰਨੇ ਲਿਖ ਗਿਆ, ਜੇ 100 ਆ, 50 ਆ, 200 ਆ, ਇੰਨੀਆਂ ਸਭਾਵਾਂ ਬਣ ਜਾਣ, ਪਰ ਇਸ ਤਰ੍ਹਾਂ ਇਕੱਠੇ ਹੋ ਜਾਇਆ ਕਰਨ ਜਿੱਦਾਂ ਅੱਜ ਪਰਮਜੀਤ ਦਿਓਲ ਦੀ ਕਿਤਾਬ ਦੀ ਲੋਕ ਅਰਪਣ ਰਸਮ ਦੇ ਉੱਤੇ ਇਕੱਠੇ ਹੋਏ ਆ। ਇਹਨਾਂ ਸਾਰੀਆਂ ਗੱਲਾਂ ਦੀ ਵਧਾਈ ਜਿਹੜੀ ਆ ਮੈਂ ਪਰਮਜੀਤ ਨੂੰ ਦਿੰਦਾ। ਤੇ ਮੈਂ ਤਾਂ ਇਹ ਮਹਿਸੂਸ ਕਰਦਾ ਹੁੰਦਾ ਸੀਗਾ ਕਿ ਇੱਕ ਦਲਬੀਰ ਸਿੰਘ ਦਿਓਲ ਹੈਗਾ ਖੋਜੇਵਾਲੀ ਦਾ, ਉਹ ਅਰਜਨਾ ਅਵਾਰਡੀ ਆ, ਉਹ ਬੜਾ ਖਿਡਾਰੀ ਆ, ਸਾਰਾ ਗੁਆਂਢੀ ਵੀ ਰਿਹਾ ਹੈਗਾ, ਪਰ ਮੈਂ ਇਹ ਮਹਿਸੂਸ ਕਰਦਾ ਕਿ ਸਾਡੀ ਪਰਮਜੀਤ ਵੀ ਕਿਸੇ ਅਰਜਨਾ ਅਵਾਰਡੀ ਤੋਂ ਘੱਟ ਨਹੀਂ ਹੈ। ਉਹਦੇ ਕੋਲ ਉਹ ਕਵਿਤਾ ਵੀ ਅਰਜਨਾ ਅਵਾਰਡੀ ਆ। ਔਰ ਮੈਂ ਇਹਦੇ ਨਾਲ ਹੀ ਸੁਰਜੀਤ ਕੌਰ ਭੈਣ ਜੀ ਨੂੰ, ਗੁਰਬਖਸ਼ ਭੰਡਾਲ ਜੀ ਨੂੰ, ਨਾਲ ਦੀ ਨਾਲ ਖਹਿਰਾ ਸਾਹਿਬ ਭਾਵੇਂ ਇੱਥੇ ਨਹੀਂ ਹਨ, ਜਿਨ੍ਹਾਂ ਨੇ ਆਪਣੇ ਵਿਚਾਰ ਭੇਜੇ ਆ, ਉਹਨਾਂ ਨੂੰ
ਤੇ ਮੈਂ ਡਾਕਟਰ ਕਮਲਜੀਤ ਨੂੰ ਵੀ ਇਸ ਗੱਲ ਦੀ ਬਹੁਤ ਵਧਾਈ ਦਿੰਦਾ ਆ। ਮੈਂ ਕਹਿੰਦਾ ਵੀ ਮੈਨੂੰ ਚੰਗੇ ਮੌਕੇ ਟਾਈਮ ਮਿਲਿਆ ਜਿਸ 'ਚੋਂ ਪ੍ਰਧਾਨਗੀ ਮੰਡਲ 'ਚੋਂ ਵੀ ਇੱਕ ਜਣਾ ਬੋਲ ਗਿਆ ਸੀਗਾ। ਸੋ ਮੈਂ ਵਕਤ ਮੇਰਾ ਖਿਆਲ ਹੈ ਵੀ ਵੇਲੇ ਮੈਨੂੰ ਮਿਲਿਆ ਹੈਗਾ ਤੇ ਮੈਂ ਸ਼ਾਇਦ ਹੋ ਸਕਦਾ 2 ਮਿੰਟ ਤੋਂ ਗਾਂਹ ਵੀ ਚਲ ਗਿਆ ਹੋਵਾਂ। ਉਸ ਗੱਲ ਦੀ ਮੈਂ ਮਾਫੀ ਦਿੰਦਾ ਤੇ ਮੈਂ ਸਾਰੀਆਂ ਵਧਾਈਆਂ ਜਿਹੜੀਆਂ ਉਹ ਪਰਮਜੀਤ ਦਿਓਲ ਨੂੰ ਦਿੰਦਾ ਹੋਇਆ ਆਪਣੇ ਇੱਕ ਸ਼ੇਅਰ ਨਾਲ ਸਮਾਪਤ ਕਰਨਾ ਚਾਹੁੰਦਾ ਹਾਂ ਕਿ ਤੇਰਾ ਕੰਮ ਹੈ ਵਫਾ ਪਾਲਣੀ ਸਾਹਾਂ ਤੋਂ ਵੀ ਗਾਹਾਂ ਤੱਕ। ਇਹ ਤੇਰੀ ਸਾਹਾਂ ਦੀ ਪੱਤਰੀ ਹੈ ਨਾ। ਤੇਰਾ ਕੰਮ ਹੈ ਵਫਾ ਪਾਲਣੀ ਸਾਹਾਂ ਤੋਂ ਵੀ ਗਾਹਾਂ ਤੱਕ। ਦੁਨੀਆ ਕਰੂ ਤਮੀਜ਼ਾਂ ਤੇਰੇ ਗਲਤ ਜਾਂ ਠੀਕ ਦੀਆਂ। ਥੈਂਕ ਯੂ ਵੈਰੀ ਮਚ। ਵਾਹ ਜੀ ਵਾਹ ਪ੍ਰੋਫੈਸਰ ਜਗੀਰ ਸਿੰਘ ਜੀ, ਤੁਸੀਂ ਬਹੁਤ ਹੀ ਸੋਹਣੇ ਸ਼ਬਦਾਂ ਦੇ ਨਾਲ ਥੋੜੇ ਸਮੇਂ ਦੇ ਵਿੱਚ ਹੀ ਬਹੁਤ ਗੱਲਾਂ ਕੀਤੀਆਂ, ਸਪੈਸ਼ਲੀ ਪਰਮਜੀਤ ਦੀ ਸ਼ਖਸੀਅਤ ਬਾਰੇ। ਪਰਮਜੀਤ ਇੱਕ ਇਹੋ ਜਿਹਾ ਇਨਸਾਨ ਆ ਜਿਹੜਾ ਹਰ ਇੱਕ ਮਹਿਫਲ ਦੇ ਵਿੱਚ, ਚਾਹੇ ਕੋਈ ਵੀ ਸਾਹਿਤਕ ਸਭਾ ਹੋਵੇ, ਉੱਥੇ ਇਹ ਸ਼ਿਰਕਤ ਕਰਦੀ ਹੈ। ਅੱਜ ਇਹੀ ਤੁਹਾਡੇ ਸਾਹਮਣੇ ਰਿਜ਼ਲਟ ਆਵੇ ਹਰ ਸਾਹਿਤਕ ਸਭਾ ਤੋਂ ਇੱਥੇ ਵਿਜਨ ਪਹੁੰਚੇ ਹੋਏ ਨੇ। ਇਹਦੇ ਲਈ ਵੀ ਪਰਮਜੀਤ ਨੂੰ ਬਹੁਤ ਬਹੁਤ ਵਧਾਈ। ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਬਲਰਾਜ ਚੀਮਾ ਜੀ ਨੂੰ, ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਬਲਰਾਜ ਚੀਮਾ ਜੀ। विद्वान भैनों ते भरावो, परमजीत दिओल या दिओल परमजीत किसी भी तरतीब में ना लिया जाए, उसकी पलेठी पुस्तक साहां दी पत्री दा इकट्ठ असी उस शामिल होए हाँ। मैनू हार्दिक खुशी है और मैं हार्दिक बधाई दिंदा हाँ परमजीत नूं कि उसने अपनी रूह दियां गल्लां सानू इस पुस्तक राहीं पेश कीतियां। डॉक्टर साहब ने भी इशारा किया सी, एक दो होरनां ने बुलारियां ने भी इस कविता के कंटेंट या जो विषय के है उन्होंने वाल जिक्र किया है। मैं भी मेरे डाइनिंग टेबल के उत्ते मैं रखी एक किताब, जो जी करता मैं सफा पढ़ लेना, कोई नज़म पढ़ लेना, वह लुत्फ ले लेना। एक गल जी रामू वाले साहब ने कही सी, उहदे अल मैं थोड़ा जिहा ध्यान जरूर देना चाहना, दोनों भी चाहना सारे लेखकां दा कि सानू कविता ते वार्तक दे विच फर्क जरूर लभना चाहिए। वो पता होना चाहिए कि इन्हां दी आत्मा दे विच की अंतर है। जे मैं किसी ने इत्थे पुछ लवां कि कविता की हुंदी है तो मेरा नहीं ख्याल कोई सानू फाइनल या कोई तसल्ली बख्श उत्तर मिल सकेगा। कोई कहेगा जी कविता राइमिंग दी है, कोई कहेगा जी ये वो प्यार विच मोए हुए बंदियां दी बाणी है, कोई कुछ कहेगा। लेकिन कविता इन्हां सारियां परिभाषावां या सारी डेफिनेशनां तो उतां दी गल, ये जिंदगी दी गल है। और शायद मैं जेकर कहां तो शायद लेखक दे अनुभव की रूह की जिहड़ी दुर अंदर दे रूह के जिहड़े प्रभाव या अनुभव ने उन्हां दा व्यक्तिगत है व्यक्त करना है, उन्होंने प्रगटाउण का एक कह लो पे अनुभव है या एक्सपीरियंस है या एक माध्यम है जिस राही कवि अपनी कविता नूं उस राही पेश करता है, अपने अनुभव नूं, उस रूह के अनुभव नूं। और परमजीत की रूह बारे कुछ गल्लां मैं जरूर करनियां चाहना कि परमजीत ना सिर्फ अपनी कविता लिखती है, बोलती है और बोलती भी पूरे पैशन, पूरे कंपैशन नाल, जिवें पूरे जोश नाल। रूह ते कविता, परमजीत ते कविता उस घड़ी एक मिक लगते ने, उस अंतर लभना या पता करना बहुत औखा होता है। मैं
परमजीत नूं इस गल्लों नेड़े हो के वेख्या कि जदों कविता पढ़ती है उस दे विच परमजीत आप हुंदी है, शायद परमजीत गैब हुंदी है, लेकिन परमजीत का सारा अंग अंग इस दी रूह, इस दा जिस्म, इस दे सारे जिहड़े पक्ष हो सकते ने वो सारे दे सारे इस दी कविता दे विच नचते गाउंदे दिसदे ने। और यही वजह है कि जदों एक कविता पढ़ लीए तो जेकर आडियंस चुप बैठा होवे तो वो सुनने लई उत्सुक होता है कि कौन है जिहड़ा रूह नूं इस खूबसूरती दे नाल साडे सामने पेश कर रहा है। ये बहुत महान, बहुत वड्डी गल है कि जदों तुसीं ये समझो कि मेरी कविता मेरा जीवन है तो मेरा जीवन मेरी कविता है। ये इस साहां दी पत्री दे विच इसने पेश की है। मैं 2 मिनट तो वध नहीं लवांगा, मैं 2 गल्लां होर करके मुका देवांगा कि जे मैं शुरू किया सी भी कविता दे विच कविता दी जिहड़ी परिभाषा या डेफिनेशन जिहड़ी है वो सानूं लभणी औखी है। और यही वजह है कि असी बहुत सारी कविता साडी जिन्हों असी परंपरागत या रवायती कविता कहते हाँ, छंदाबंद कविता जिहड़ी है उसका काफ़ी लंबा इतिहास इन्ना लंबा है कि जेकर असी कहिए कि शुरू दे विच जदों मुढ़ दे विच बिल्कुल ही पहले मनुख ने कदे बोल उचारे होणगे ते वो कविता ही होनी है, क्योंकि उदों बोल जिहड़े सन वो इसलिए नहीं सी बोले जाते किसी को खुश कर ली या किसी नाराज कर ली या किसी ने टोकन ली या किसी ने तंज कर ली। उदों मनुख जिहड़ा सी वो उही बोलता सी जो महसूस करता सी और वो पहली कविता उही सी। जदों किसी मनुख ने पहली बारी गार दे विचों बाहर निकल के सूरज का वेख्या होना प्रकाश, उसने क्या होना आ हा हा कमाल हो गई। सो वो कविता ही सी अपने आप दे उसके भावें लफ्ज हैं सन या नहीं सन, ये वक्री गल। हुण कविता हज़ारां सालां दे सफ़र पिछों जिहदे वेख लो भी रिवायती कविता सी जिहड़ी कि जिसने साडे धर्म ग्रंथ, साडियां हदायतां, साडे सेरे, साडे नुस्खे, दवाइयां, होर सारा कुछ का ये सारा भार चुक के तुरी फिरती रही है। और कवियों ने बहुत अच्छी अच्छी कवितावां लिखिया ने छंदाबंदी विच। इस करके असीं ये नहीं कह सकते जे कविता छंदाबंदी विच तो कविता नहीं, जिवें असीं ये नहीं कह सकते कि जिहड़ी कविता खुली है या आज़ाद है वो कविता नहीं। कविता रूह की गल है और वो कविता जिहड़ी परमजीत दिओल दी है वो वाकई शायद मैं इसनूं जे साहां दी पत्री दी थां कदे परमजीत दी रूह दे साहां दी पत्री कहां तो शायद बेहतर होवेगा। हुण मैं इन्हां शब्दां नाल तुहाथों विदा होण तो पहला मैं दरखास्त करांगा परमजीत नूं कि हुण तेरी पलेठी पुस्तक साडे सामने आई है ते हुण इस साहां दी पत्री दा अगला वर्का सानूं पेश करो। धन्नवाद जी। जिवें चीमा साहब ने कहा कि परमजीत अपनी कुछ वनगियां अपनी इस किताब चो पेश करे, पर मैं चाहांगा चीमा साहब थोड़ी इजाजत ना जे मैं इन्हों तो पहला तीरथ दिओल जिन्होंने सहयोग सहित का किताब लिख सकी है उन्होंने मैं 2 मिनट दे के रूबरू करा सकता। इजाजत है चीमा साहब? इजाजत है? हाँ जी, मैं गुजारिश करांगा तीरथ दिओल जी नूं जिन्होंने काफ़ी सहयोग दिता है परमजीत नूं साहित्य के खेतर दे विच आउण दे लई। मैं चाहुंदा भी 2 मिनट हो साडे नाल सांझे करन। तीरथ दिओल। सारे ही आए हुए मानयोग साहित्यकार बुद्धिजीवी प्रोफैसर साहब सत श्री अकाल सारे। स्पोर्ट्स लाइन के होने करके अं बोलन बलन का सानू जो बड़ा है नहीं, और फिर भी परमजीत ने कहा भी 2 लफ्ज कहने जरूर है, इस करके
ਕਾਲਜ ਦੇ ਜ਼ਮਾਨੇ ਤੋਂ ਵੀ ਪੜ੍ਹਦੇ ਸੀ ਤੇ ਬੁੱਕ ਪੜ੍ਹਦੇ ਹੀ ਛੱਡ ਦਿੰਦੇ ਸੀ, ਪਰ ਉਹਦੇ ਮਗਰ ਪਤਾ ਨਹੀਂ ਹੁੰਦਾ ਵੀ ਇੱਦਾਂ ਦੇ ਬੁੱਧੀਜੀਵੀਆਂ ਦਾ ਹੱਥ ਹੁੰਦਾ ਜਿਨ੍ਹਾਂ ਦਾ ਕਰਕੇ ਵੀ ਸਾਰੇ ਅਸੀਂ